ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ US TV। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਵਾਈਡਨ ਪ੍ਰਸ਼ਾਸਨ ਨੇ ਦੇਸ਼ ਵਿੱਚ ਲਾਗੂ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਅਤੇ ਰਾਸ਼ਟਰੀ ਐਮਰਜੈਂਸੀ ਨੂੰ ਖਤਮ ਕਰਨ ਲਈ ਤਿਆਰੀਆਂ ਕੀਤੀਆਂ ਸ਼ੁਰੂ। ਭਾਰਤੀ ਮੂਲ ਦੇ ਨਿੱਕੀ ਹੈਲੀ ਲੜ ਸਕਦੇ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ। 15 ਫਰਵਰੀ ਤੋਂ ਮੁਹਿੰਮ ਸ਼ੁਰੂ ਕਰਨ ਦੀ ਬਣਾਈ ਯੋਜਨਾ। ਅਮਰੀਕਾ ਦੇ ਟੈਕਸਾਸ ਵਿੱਚ ਹੋਈ ਗੋਲੀਬਾਰੀ 'ਚ ਇੱਕ ਵਿਦਿਆਰਥੀ ਦੀ ਮੌਤ, 4 ਹੋਰ ਜ਼ਖਮੀ। ਨਹੀਂ ਰੁਕ ਰਿਹਾ ਅਮਰੀਕਾ ਦੇ ਵਿੱਚ ਗੋਲੀਬਾਰੀ ਦਾ ਸਿਲਸਿਲਾ। ਅਮਰੀਕਾ 'ਚ ਡਾਕਟਰ ਹਰਪ੍ਰੀਤ ਕੌਰ ਖਾਲਸਾ ਦੀ ਕਿਤਾਬ ਤੋਸ਼ਾਖਾਨਾ ਇੰਗਲੈਂਡ ਵਿੱਚ ਹੋਈ ਰਿਲੀਜ਼। ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਰਾਹੀਂ ਜ਼ਹਿਰ ਭੇਜਣ ਵਾਲੀ ਕੈਨੇਡੀਅਨ ਔਰਤ ਨੇ ਆਪਣਾ ਕਬੂਲਿਆ ਗੁਨਾਹ। ਕੌਮਾਂਤਰੀ ਕਬੱਡੀ ਖਿਡਾਰੀ ਦੀ ਹਜੇ ਤੱਕ ਭਾਰਤ ਨਹੀਂ ਆਈ ਦੇ। ਪਿਛਲੇ ਮਹੀਨੇ ਕੈਨੇਡਾ 'ਚ ਹੋਈ ਸੀ ਖਿਡਾਰੀ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ ਵਾਈਡਨ ਪ੍ਰਸ਼ਾਸਨ ਨੇ ਦੇਸ਼ ਵਿੱਚ ਲਾਗੂ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਅਤੇ ਰਾਸ਼ਟਰੀ ਐਮਰਜੈਂਸੀ ਨੂੰ ਖਤਮ ਕਰਨ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਅਮਰੀਕੀ ਸਰਕਾਰ ਨੇ ਐਲਾਨ ਕੀਤਾ ਹੈ ਕਿ 11 ਮਈ ਤੋਂ ਦੇਸ਼ ਵਿੱਚ ਇਹ ਦੋਵੇਂ ਐਮਰਜੈਂਸੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਜਨਵਰੀ 2020 ਦੇ ਵਿੱਚ ਤਤਕਾਲੀ ਟਰੰਪ ਨੇ ਕਰੋਨਾ ਮਹਾਮਾਰੀ ਦਾ ਸਾਹਮਣਾ ਕਰਨ ਦੇ ਲਈ ਅਮਰੀਕਾ ਵਿੱਚ ਇਹ ਐਮਰਜੈਂਸੀ ਲਾਗੂ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਹਾਊਸ ਆਫ ਰਿਪਬਲਿਕਨ ਲੈਜਿਸਲੇਸ਼ਨ ਨੇ ਮੰਗ ਕੀਤੀ ਸੀਗੀ ਕਿ ਕੋਵਿਡ ਐਮਰਜੈਂਸੀ ਨੂੰ ਤੁਰੰਤ ਖਤਮ ਕੀਤਾ ਜਾਏ, ਪਰ ਵਿਰੋਧੀ ਧਿਰ ਦੀ ਮੰਗ ਨਾ ਮੰਨਦੇ ਹੋਏ ਸਰਕਾਰ ਨੇ ਐਮਰਜੈਂਸੀ ਖਤਮ ਕਰਨ ਦੇ ਲਈ 11 ਮਈ ਦੀ ਤਾਰੀਖ ਤੈਅ ਕੀਤੀ ਹੈ। US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਐਮਰਜੈਂਸੀ ਸਥਿਤੀ ਖਤਮ ਹੋਣ ਤੋਂ ਪਹਿਲਾਂ ਰਾਜਾਂ ਨੂੰ 60 ਦਿਨਾਂ ਦਾ ਨੋਟਿਸ ਦੇਣ ਦਾ ਵਾਅਦਾ ਕੀਤਾ ਹੈ। ਦੱਸ ਦਈਏ ਕਿ ਅਮਰੀਕਾ ਵਿੱਚ ਕੋਵਿਡ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਇਸ ਨੂੰ ਹਰ 90 ਦਿਨਾਂ ਬਾਅਦ ਵਧਾਇਆ ਜਾ ਰਿਹਾ ਸੀ। ਇਸ ਤਰ੍ਹਾਂ ਜਿਵੇਂ ਅਮਰੀਕਾ ਦੇ ਵਿੱਚ ਕਰੋਨਾ ਦੇ ਨਵੇਂ ਰੂਪ ਦਾ ਪ੍ਰਭਾਵ ਦਿਖਾਈ ਦੇ ਰਿਹਾ ਸੀ, ਸਿਹਤ ਐਮਰਜੈਂਸੀ ਦਾ ਵਧਾਇਆ ਜਾ ਰਿਹਾ ਸੀ। ਹੁਣ ਜਦੋਂ ਅਮਰੀਕਾ ਦੇ ਵਿੱਚ ਕੋਵਿਡ ਦੀ ਸਥਿਤੀ ਆਮ ਹੈ ਅਤੇ ਸਥਿਤੀ ਕਾਬੂ ਵਿੱਚ ਹੈ, ਅਮਰੀਕੀ ਸਰਕਾਰ ਨੇ ਐਮਰਜੈਂਸੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮਈ ਵਿੱਚ ਐਮਰਜੈਂਸੀ ਨੂੰ ਖਤਮ ਕਰਨ ਦੇ ਪਿੱਛੇ ਦੇ ਤੁਰਕ ਦੀ ਵਿਆਖਿਆ ਕਰਦੇ ਹੋਏ ਸਰਕਾਰ ਨੇ ਕਿਹਾ ਕਿ ਉਹ ਹਸਪਤਾਲਾਂ ਨੂੰ ਉਹਨਾਂ ਦੀਆਂ ਅਦਾਇਗੀਆਂ ਆਦਿ ਨੂੰ ਕਲੀਅਰ ਕਰਨ ਦੇ ਲਈ ਸਮਾਂ ਦੇਗੀ। ਬਿਆਨ ਵਿੱਚ ਕਿਹਾ ਗਿਆ ਕਿ ਜੇਕਰ ਐਮਰਜੈਂਸੀ ਤੁਰੰਤ ਖਤਮ ਕਰ ਦਿੱਤੀ ਜਾਂਦੀ ਹੈ ਤਾਂ ਕੋਈ ਹਸਪਤਾਲਾਂ ਨੂੰ ਨੁਕਸਾਨ ਨਹੀਂ ਹੋ ਸਕਦਾ ਸੀ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਕਰੋਨਾ ਕਾਰਨ 10 ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਈਆਂ ਸਨ। ਭਾਰਤੀ ਅਮਰੀਕੀ ਸਿਆਸਤਦਾਨ ਨਿੱਕੀ ਹੈਲੀ ਆਪਣੀ ਰਾਸ਼ਟਰੀ ਚੋਣ ਮੁਹਿੰਮ ਨੂੰ ਅਧਿਕਾਰਤ ਰੂਪ ਦਿੰਦੇ ਨਜ਼ਰ ਆ ਰਹੇ ਨੇ। ਦੱਖਣੀ ਕੈਰੋਲੀਨਾ ਦੇ ਸਾਬਕਾ ਗਵਰਨਰ ਦੇ ਸਮਰਥਕਾਂ ਨੂੰ ਬੁੱਧਵਾਰ ਨੂੰ ਚਾਰਲਸਟਨ ਵਿੱਚ 15 ਫੈਬਰਵਰੀ ਨੂੰ ਇੱਕ ਸਮਾਗਮ ਦੇ ਲਈ ਇੱਕ ਈਮੇਲ ਸੱਦਾ ਪ੍ਰਾਪਤ ਹੋਏਗਾ, ਜਿਸ ਵਿੱਚ ਉਹ ਆਪਣੀ ਮੁਹਿੰਮ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਨੇ। ਇਸ ਸੰਬੰਧੀ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ, ਪਰ ਉਸ ਨੂੰ ਇਸ ਤੇ ਅਧਿਕਾਰਤ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਹੈ। ਹੈਲੀ ਦੀਆਂ ਯੋਜਨਾਵਾਂ ਦੀ ਖਬਰ ਸਭ ਤੋਂ ਪਹਿਲਾਂ ਦਾ ਪੋਸਟ ਐਂਡ ਕਰੀਅਰ ਆਫ ਚਾਰਲਸਟਨ ਵੱਲੋਂ ਦਿੱਤੀ ਗਈ ਸੀ। 51 ਸਾਲਾ ਹੈਲੀ ਨੇ 6 ਸਾਲ ਦੱਖਣੀ ਕੈਰੋਲੀਨਾ ਦੀ ਗਵਰਨਰ ਅਤੇ ਫਿਰ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾਈ ਹੈ। ਅਮਰੀਕਾ ਦੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ 2024 ਵਿੱਚ ਹੋਣੀਆਂ ਨੇ। ਟੈਕਸਾਸ ਦੇ ਆਸਟਿਨ ਵਿੱਚ ਇੱਕ ਹੁੱਕਾ ਲਾਉਂਜ ਵਿੱਚ ਇਸ ਹਫ਼ਤੇ ਦੇ ਅੰਤ ਵਿੱਚ ਹੋਈ ਗੋਲੀਬਾਰੀ 'ਚ ਹਾਈ ਸਕੂਲ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ 4 ਹੋਰ ਜ਼ਖਮੀ ਹੋ ਗਏ ਨੇ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟਿਨ ਪੁਲਿਸ ਦੇ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ 17 ਸਾਲਾ ਬ੍ਰੈਡਨ ਵੈਲਾਰਡ ਦੀ ਮੌਤ ਹੋ ਗਈ। 4 ਹੋਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਦੀ ਪਛਾਣ ਕਰ ਲਈ ਹੈ। ਗੋਲੀਬਾਰੀ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਦੌਰਾਨ ਇੱਕ ਹੋਰ ਘਟਨਾ ਵਿੱਚ ਮੱਧ ਫਲੋਰੀਡਾ ਨੇੜੇ ਸੋਮਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਦੇ ਵਿੱਚ 10 ਲੋਕ ਜ਼ਖਮੀ ਹੋ ਗਏ। ਲੇਕਲੈਂਡ ਪੁਲਿਸ ਦੇ ਮੁਖੀ ਸੈਮ ਟੇਲਰ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਪੀੜਤਾਂ ਵਿੱਚੋਂ 2 ਗੰਭੀਰ ਰੂਪ ਵਿੱਚ ਜ਼ਖਮੀ ਨੇ, ਜਦਕਿ ਬਾਕੀ 8 ਦੀ ਜਾਨ ਨੂੰ ਖਤਰਾ ਨਹੀਂ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਡਾਕਟਰ ਹਰਪ੍ਰੀਤ ਕੌਰ ਖਾਲਸਾ ਦੀ ਨਵੀਂ ਕਿਤਾਬ ਤੋਸ਼ਾਖਾਨਾ ਇੰਗਲੈਂਡ ਵਿੱਚ ਰਿਲੀਜ਼ ਕਰ ਦਿੱਤੀ ਗਈ ਹੈ।
इंग्लैंड के शहर डरबी विखे हुए एक समारोह के दौरान एक किताब रिलीज़ की गई। इस मौके भारी गिणती दे विच संगत हाज़र सी। पंजाब टाइम्स के संपादक रजिंदर सिंह पुरेवाल ने किताब रिलीज़ करन दी रस्म अदा की। इस दौरान होर भी उगे आगू हाज़र सन। एक किताब उन्हां जुझारू लोकां बारे है जिन्हां ने अपना वजूद बचाउण दे लई लंबी लड़ाई अते वड्डा नामना खट्टिया। डॉक्टर हरप्रीत कौर खालसा का कहना है कि अपनी चढ़त के सिखरले दिनों ते लोक दुनिया का केंद्र बिंदु बन गए सन अते मुकदे मुकदे भी दुनिया लई जांबाजी सुरमताई हौसले दीआं कथावां छड्ड गए सन। उन्होंने कहा कि वो लगदा सी जिवें नौशहरे की लड़ाई के केंद्र च खुद खड़ी हाँ ते तेग वरसदी देख रही हाँ, चढ़े हुए अटक नूं हिक दे जोर ते पार करन वाले योद्धियां नूं देखदी हां। डॉक्टर हरप्रीत कौर खालसा ने अगे कहा कि निमाणी जही कोशिश है कि आउण वाली पीढ़ी नूं अपना पिछोकड़ दस्सण दे कारज विच मामूली जिहा हिस्सा पा सकां। उन्होंने इस किताब विच सिख मिसलां तो लैके सिख समराज दे उगड़ तक सिख राज दे फैलण तो मुक्कण तक दे सफ़र नूं लिखण दी कोशिश की है। डॉक्टर हरप्रीत कौर खालसा ने कहा कि विरासत नूं अगलेरियां पीढ़ियां तक लैके जाण दे लई इतिहास दीआं निशानियां संभालणियां बहुत जरूरी हुंदियां हन, पर अफसोस ब्रिटिश साम्राज द्वारा साडे उस इतिहास नूं कूटनीति जां धोखे नाल साडे कोलों दूर कर दिता। उन्होंने कहा कि मैं अपने थीसिस नूं लिखण वेले जो कुछ भी ब्रिटिश अजायब घरां विच देखा उसका जिक्र इस किताब विच कीता है। उन्होंने अगे कहा कि उस सब विरासती चीज़ां जो इंग्लैंड के अजायब घरां दे विच पईयां ने अते मेरी दिलों तमन्ना है कि मेरे देश वापस जानी चाहिए है। उम्मीद करदी हां कि आउण वाली पीढ़ी इसलिए संघर्ष करेगी ते अपना इतिहास वापस लेगी। जिक्रयोग है कि डॉक्टर हरप्रीत कौर खालसा ने लंबा समा पहला पंजाब यूनीवर्सिटी चंडीगढ़ तो सिख वस्तां ते यादगारां विषय ते PhD की सी। अमेरिका के साबका राष्ट्रपति डोनाल्ड ट्रंप नूं चिट्ठी राही जहर भेजण वाली 55 साला कैनेडियन औरत पैस्केल फैरियर ने अदालत विच अपना गुनाह स्वीकार कर लिया है। इस जुर्म लई पैस्केल फैरियर नूं 22 साल की सज़ा हो सकती है। क्यूबिक सूबे के मॉन्ट्रियल साउथ शोर के सेंट हर्बर्ट की रहण वाली पैस्केल नूं कैनेडा अमेरिका सरहद ते 20 सितंबर 2020 नूं ट्रंप नूं जहर वाली चिट्ठी भेजण के दोष तहत गिरफ्तार किया गया सी। हालांकि अमेरिकन अधिकारियों ने इस जहर वाली चिट्ठी व्हाइट हाउस पहुंचण तो पहला ही 18 सितंबर नूं जब्त कर ली सी। इस तो इलावा पैस्केल फैरियर ने अमेरिका के टैक्सास के 8 लॉ इनफोर्समेंट ते जेल अधिकारियों नूं भी जहर वालियां चिट्ठियां भेजियां सन। पैस्केल फैरियर नूं अमेरिका की अदालत वालों 26 अप्रैल नूं सज़ा सुनाई जाएगी। पिंड पत्तो हीरा सिंह के कमांतरी खिडारी अमरप्रीत अमरी पोते की कनेडा के सरी विच 16 जनवरी नूं मौत हो गई सी। कबड्डी खिडारी की मृतक देह कनेडा विच पई है। मापियां कोल अपने पुत्र के संस्कार विच शामिल होण जां लाश नूं भारत लियाउण जोगी पूंजी नहीं है। अमरप्रीत के पिता बलदेव सिंह ने दस्सिया कि उन्होंने अपने पुत्र नूं विदेश भेजण लई लाखां रुपए लगाए, इसलिए जमीन भी वेचनी पई। अमरी के विआह पिछों उसकी पत्नी सरी चली गई अते अमरी भी महज महीना पहला उत्थे गए सन। उत्थे दिल दा दौरा पैण नाल उन्हां दा देहांत होया। उन्हां नूं अपनी पत्नी कोल कनेडा गया नूं केवल 1 महीना ही होया सी ते उन्हां दी मौत तो बाद हले तक एडे वड्डे उगे खिडारी दी देह वापस भारत नहीं पहुंची है। फ्रिजनो काउंटी के शहर सैलमा विखे एक पुलिस अफसर नूं शक्की नौजवान वालों गोलियां मार के हलाक कर दिता गया है। दिन दिहाड़े हुई इस वारदात दौरान शक्की ने पुलिस अफसर नूं कई गोलियां मारियां ते मौके तो फरार हो गया। फ्रिजनो काउंटी शहर विभाग वालों पंजाब मेल नूं भेजी गई सूचना के अनुसार जख्मी पुलिस अफसर नूं पहला मुढ़ली सहायता दी गई, बाद विच उसनूं कम्यूनिटी रीजनल मैडिकल सेंटर विखे इलाज लई भेजा गया, पर जख्मां की ताब न सहारदे हुए पुलिस अफसर ने दम तोड़ दिता। पुलिस अफसर के अनुसार 23 साला शक्की उसकी गन समेत गिरफ्तार कर लिया गया है। कथित कातल का पहला भी अपराधक पिछोकड़ सी जो कि बहुत सारिया वारदातां विच चार्ज किया जा चुका है। मृतक पुलिस अफसर की शनाख्त सुरक्षा कारणों करके जारी नहीं की गई। मृतक पुलिस अफसर 2 साल पहला ही पुलिस विच भर्ती होया सी। पंजाबी भाईचारे विच जानी पहचानी शख्सियत अमलपाल सूसन सिटी के कौंसल मैंबर चुने गए। इस सीट लई 12 उम्मीदवारों ने अपनी नामजदगी भरी सी, जिन्हां विचों 6 उम्मीदवारों ने अपना नाम वापस ले लिया सी। आखिर पिछले दिनी ये उम्मीदवार सिटी हॉल विच कौंसल मैंबर के सवालों के जवाब देने के लिए पहुंचे, जिस विच सब तो प्रभावशाली जवाब अमितपाल ने दिते, जिसनूं देखते हुए अमित नूं कौंसल मैंबर चुन लिया गया। अमितपाल का मुख मुकाबला कैटरीना
ਗਾਰਸੀਆ ਨਾਲ ਸੀ। ਇਹ ਸੀਟ ਪਿਛਲੇ ਕੌਂਸਲ ਮੈਂਬਰ ਐਲਮਾ ਦੇ ਮੇਅਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀ। ਇਸ ਤੋਂ ਪਹਿਲਾਂ ਅਮਿਤਪਾਲ ਇਸ ਸਿਟੀ ਦੇ ਪਲੈਨਿੰਗ ਕਮਿਸ਼ਨਰ ਵੀ ਰਹਿ ਚੁੱਕੇ ਨੇ, ਜਿਸ ਵਿੱਚ ਉਹਨਾਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। 36 ਸਾਲਾ ਅਮਿਤਪਾਲ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਭਾਈਚਾਰੇ ਵਿੱਚ ਵਿਚਰ ਰਹੇ ਨੇ। ਉਹਨਾਂ ਨੇ ਸਮੇਂ-ਸਮੇਂ ਤੇ ਆਪਣੇ ਭਾਈਚਾਰੇ ਲਈ ਵੱਡਮੁੱਲੇ ਕੰਮ ਕੀਤੇ। ਪਿਛਲੇ ਸਮਿਆਂ ਦੇ ਦੌਰਾਨ ਇਸ ਇਲਾਕੇ ਵਿੱਚ ਲੱਗੀਆਂ ਅੱਗਾਂ ਨੇ ਕਾਫੀ ਨੁਕਸਾਨ ਕੀਤਾ ਸੀ, ਜਿਸ ਦੌਰਾਨ ਅਮਿਤਪਾਲ ਅਤੇ ਉਸਦੇ ਸਾਥੀਆਂ ਨੇ ਗੁਰਦੁਆਰਾ ਸਾਹਿਬ ਫੇਅਰਫੀਲਡ ਦੇ ਸਹਿਯੋਗ ਨਾਲ ਇਸ ਇਲਾਕੇ ਵਿੱਚ ਪ੍ਰਭਾਵਿਤ ਲੋਕਾਂ ਦੀ ਕਾਫੀ ਸਹਾਇਤਾ ਕੀਤੀ ਸੀ। ਇਹਨਾਂ ਦੇ ਕੌਂਸਲ ਮੈਂਬਰ ਚੁਣੇ ਜਾਣ ਨਾਲ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਆਪਣੀ ਜਿੱਤ ਤੋਂ ਬਾਅਦ ਅਮਿਤਪਾਲ ਨੇ ਆਪਣੇ ਲਈ ਅਹੁਦੇ ਦੀ ਸਹੁੰ ਚੁੱਕ ਲਈ ਹੈ ਅਤੇ ਸਹੁੰ ਚੁੱਕਣ ਦੇ ਰਸਮ ਮੈਕਡੋਨਲਡ ਫਰੈਂਚਾਈਜ਼ੀ ਦੇ ਮਾਲਕ ਸੀ ਯਿਨ ਨੇ ਅਦਾ ਕੀਤੀ। ਇਸ ਦੌਰਾਨ ਬੋਲਦਿਆਂ ਅਮਿਤਪਾਲ ਨੇ ਸਿੱਖ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਹੀ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਗਰਮੀਆਂ ਵਿੱਚ ਅਮਰੀਕਾ ਦਾ ਦੌਰਾ ਕਰ ਸਕਦੇ ਨੇ। ਪੀਟੀਆਈ ਭਾਸ਼ਾ ਦੇ ਵੱਲੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਬਾਈਡਨ ਨੇ ਮੋਦੀ ਨੂੰ ਦੇਸ਼ ਦੇ ਸਰਕਾਰੀ ਦੌਰੇ ਲਈ ਸੱਦਾ ਦਿੱਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੰਨਿਆ ਜਾ ਰਿਹਾ ਕਿ ਬਾਈਡਨ ਨੇ ਮੋਦੀ ਨੂੰ ਦੇਸ਼ ਦੇ ਸਰਕਾਰੀ ਦੌਰੇ ਲਈ ਸੱਦਾ ਦਿੱਤਾ। ਖਬਰ ਤੋਂ ਪਤਾ ਲੱਗਿਆ ਹੈ ਕਿ ਆਮ ਤੌਰ ਤੇ ਸੱਦਾ ਸਿਧਾਂਤਕ ਤੌਰ ਤੇ ਸਵੀਕਾਰ ਕਰ ਲਿਆ ਗਿਆ ਹੈ ਅਤੇ ਦੋਵੇਂ ਧਿਰਾਂ ਦੇ ਅਧਿਕਾਰੀ ਹੁਣ ਮੁਲਾਕਾਤ ਲਈ ਸੰਭਾਵਤ ਤਾਰੀਖਾਂ ਬਾਰੇ ਆਪਸੀ ਵਿਚਾਰ ਵਟਾਂਦਰਾ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਯੋਜਨਾ ਅਤੇ ਚਰਚਾ ਅਜੇ ਮੁੱਢਲੇ ਪੜਾਅ ਤੇ ਹੈ। ਭਾਰਤ ਇਸ ਸਾਲ G20 ਦੀ ਪ੍ਰਧਾਨਗੀ ਕਰ ਰਿਹਾ ਹੈ। ਭਾਰਤ ਇਸ ਸਾਲ ਕਈ G20 ਸੰਬੰਧਿਤ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ ਸਤੰਬਰ ਵਿੱਚ ਇੱਕ ਸੰਮੇਲਨ ਵੀ ਸ਼ਾਮਲ ਹੈ, ਜਿਸ ਵਿੱਚ ਬਾਈਡਨ ਸ਼ਾਮਲ ਹੋਣਗੇ। ਦੋਵੇਂ ਪਾਸਿਆਂ ਦੇ ਅਧਿਕਾਰੀ ਜੂਨ ਅਤੇ ਜੁਲਾਈ ਦੀਆਂ ਢੁਕਵੀਆਂ ਤਾਰੀਖਾਂ ਦੀ ਤਲਾਸ਼ ਕਰ ਰਹੇ ਨੇ। ਉਸ ਸਮੇਂ ਨਾ ਕੇਵਲ ਅਮਰੀਕੀ ਪ੍ਰਤੀਨਿਧ ਸਦਨ ਅਤੇ ਸੈਨੇਟ ਦਾ ਸੈਸ਼ਨ ਚੱਲ ਰਿਹਾ ਹੋਏਗਾ, ਸਗੋਂ ਪ੍ਰਧਾਨ ਮੰਤਰੀ ਮੋਦੀ ਦੇ ਕਈ ਪਹਿਲਾਂ ਤੋਂ ਨਿਰਧਾਰਤ ਘਰੇਲੂ ਜਾਂ ਅੰਤਰਰਾਸ਼ਟਰੀ ਰੁਝੇਵੇਂ ਵੀ ਨਹੀਂ ਹਨ। ਇਹ ਰਾਜਕੀ ਦੌਰਾ ਘੱਟੋ-ਘੱਟ ਕੁਝ ਦਿਨਾਂ ਦਾ ਹੋਏਗਾ ਅਤੇ ਇਸ ਵਿੱਚ ਹੋਰ ਚੀਜ਼ਾਂ ਦੇ ਨਾਲ-ਨਾਲ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਅਤੇ ਵਾਈਟ ਹਾਊਸ ਵਿੱਚ ਇੱਕ ਸਟੇਟ ਡਿਨਰ ਸ਼ਾਮਲ ਹੋਣ ਦੀ ਸੰਭਾਵਨਾ ਹੈ। G20 ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਸਾਲ ਦੇ ਦੂਜੇ ਅੱਧ ਵਿੱਚ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਨਾ ਹੈ। ਇਸ ਦੇ ਨਾਲ ਹੀ ਉਹ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਕਈ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਸੂਤਰਾਂ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਸੱਦਾ ਕਦੋਂ ਦਿੱਤਾ ਗਿਆ ਸੀ ਅਤੇ ਬਾਈਡਨ ਦੀ ਤਰਫੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਨਿੱਜੀ ਸੱਦਾ ਕਿਸ ਨੇ ਭੇਜਿਆ ਸੀ। ਕੋਰੀਆ ਦੇ ਨਾਲ ਆਪਣੀ ਸਾਂਝੀ ਸਿਖਲਾਈ ਦੀ ਯੋਜਨਾ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਤਹਿਤ ਅਮਰੀਕਾ ਵੱਲੋਂ ਕੋਰੀਆਈ ਪ੍ਰਾਇਦੀਪ ਵਿੱਚ ਲੜਾਕੂ ਜਹਾਜ਼ਾਂ ਅਤੇ ਬੰਬਾਰਾਂ ਵਰਗੇ ਆਧੁਨਿਕ ਹਥਿਆਰਾਂ ਦੀ ਤਾਇਨਾਤੀ ਵਧਾਈ ਜਾਏਗੀ। ਆਸਟਿਨ ਨੇ ਸਿਓਲ ਵਿੱਚ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਲੀ ਯੋਂਗ ਸੁਕ ਨਾਲ ਗੱਲਬਾਤ ਤੋਂ ਬਾਅਦ ਟਿੱਪਣੀ ਕੀਤੀ। ਉਹਨਾਂ ਦੇ ਦਫ਼ਤਰ ਅਨੁਸਾਰ ਦੋਵੇਂ ਆਗੂਆਂ ਨੇ ਸਾਂਝੇ ਫੌਜੀ ਅਭਿਆਸ ਹੋਰ ਵਧਾਉਣ ਦੇ ਲਈ ਸਹਿਮਤੀ ਜਤਾਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਮਰੀਕੀ ਦੌਰੇ ਤੇ ਨੇ। ਉੱਥੇ ਭਾਰਤੀ ਦੂਤਘਰ ਵਿਖੇ ਉਹਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਵਾਸ਼ਿੰਗਟਨ ਵਿੱਚ ਭਾਰਤੀ ਦੂਤਘਰ 'ਚ ਹੋਏ ਇਸ ਸਮਾਗਮ 'ਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ੈਕ ਸੁਲੀਵਾਨ, ਅਮਰੀਕਾ ਦੀ ਵਣਜ ਮੰਤਰੀ ਜ਼ੀਨਾ ਰੇਮੰਡੋ ਅਤੇ ਕਈ CEO ਅਤੇ ਦੋਵਾਂ ਦੇਸ਼ਾਂ ਦੀਆਂ ਪ੍ਰਮੁੱਖ ਯੂਨੀਵਰਸਿਟੀਜ਼ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਆਯੋਜਨ ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੀਤਾ। ਅਜੀਤ ਡੋਭਾਲ ਅਤੇ ਉਹਨਾਂ ਦੇ ਅਮਰੀਕੀ ਹਮਰੁਤਬਾ ਜ਼ੈਕ ਸੁਲੀਵਾਨ ਨੇ ਗਲੋਬਲ ਵਿਕਾਸ ਅਤੇ ਆਰਥਿਕ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਅਤੇ ਸਾਂਝੀ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਕਰਨ ਵਾਲੀਆਂ ਤਕਨਾਲੋਜੀ ਤੇ ਭਾਈਵਾਲਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗੰਭੀਰ ਅਤੇ ਉੱਭਰਦੀਆਂ ਤਕਨਾਲੋਜੀਆਂ ਤੇ ਦੋਵਾਂ ਦੇਸ਼ਾਂ ਦੇ ਪਹਿਲ ਦੇ ਉਦਘਾਟਨ ਸਮਾਰੋਹ ਵਿੱਚ ਮੰਗਲਵਾਰ ਨੂੰ ਸ਼ਾਮਲ ਹੋਏ। ਪਿਛਲੀਆਂ ਰਾਸ਼ਟਰਪਤੀ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਤੇ ਹਾਲ ਹੀ ਵਿੱਚ ਹੋਈਆਂ ਮੱਧਕਾਲੀ ਚੋਣਾਂ ਦੇ ਵਿੱਚ ਆਸ ਅਨੁਸਾਰ ਸਫਲਤਾ ਨਾ ਮਿਲਣ ਤੋਂ ਪਰੇਸ਼ਾਨ ਰਿਪਬਲਿਕਨ ਪਾਰਟੀ 'ਚ ਖਿੱਚੋਤਾਣ ਥੰਮਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਘਟਨਾਕ੍ਰਮ ਦੇ ਵਿੱਚ ਹਰਮੀਤ ਢਿੱਲੋਂ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਮੁਖੀ ਵਜੋਂ ਆਪਣਾ ਅਹੁਦਾ ਗਵਾਉਣਾ ਪਿਆ ਹੈ। RNC ਦੀ ਕੈਲੀਫੋਰਨੀਆ 'ਚ ਹੋਈ ਮੀਟਿੰਗ 'ਚ ਢਿੱਲੋਂ ਦੀ ਜਗ੍ਹਾ ਰੋਨਾ ਮੈਕਡੋਨੀਅਲ ਨੂੰ ਦੁਬਾਰਾ ਫਿਰ ਆਪਣਾ ਮੁਖੀ ਚੁਣ ਲਿਆ ਗਿਆ ਹੈ। ਹਾਲਾਂਕਿ ਪਾਰਟੀ ਦੀਆਂ ਲਗਾਤਾਰ 3 ਹਾਰਾਂ ਕਾਰਨ ਮੈਕਡੋਨੀਅਲ ਦੀ ਕਰੜੀ ਆਲੋਚਨਾ ਹੋਈ ਸੀ। 168 ਮੈਂਬਰੀ RNC 'ਚ ਢਿੱਲੋਂ ਨੂੰ 51 ਤੇ ਰੋਨਾ ਮੈਕਡੋਨੀਅਲ ਨੂੰ 111 ਵੋਟਾਂ ਮਿਲੀਆਂ। ਢਿੱਲੋਂ ਨੂੰ 2 ਰਾਜਾਂ ਨਵਾਡਾ ਤੇ ਵਾਸ਼ਿੰਗਟਨ ਦੀਆਂ ਪਾਰਟੀ ਕਮੇਟੀਆਂ ਦਾ ਸਮਰਥਨ ਮਿਲਿਆ।
ਚੋਣ 'ਚ ਹਾਲਾਂਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਉਮੀਦਵਾਰਾਂ 'ਚੋਂ ਖੁੱਲ੍ਹ ਕੇ ਕਿਸੇ ਦਾ ਵੀ ਸਮਰਥਨ ਨਹੀਂ ਕੀਤਾ ਤੇ ਦੋਵਾਂ ਦੇ ਨਾਲ ਹੀ ਸਾਂਝ ਬਣਾਈ ਰੱਖੀ, ਪਰੰਤੂ ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਹਨਾਂ ਨੇ ਗੁਪਤ ਤੌਰ ਤੇ ਮੈਕਡੋਨਲਡ ਦਾ ਸਾਥ ਦਿੱਤਾ। ਚੀਨ ਦੀ ਪੁਲਿਸ ਨੇ ਇੱਕ ਵਿਅਕਤੀ ਤੇ ਵਾਪਸ ਦੇਸ਼ ਪਰਤਣ ਦਾ ਦਬਾਅ ਪਾਉਣ ਦੇ ਲਈ ਉਸਦੀ ਪਤਨੀ ਨੂੰ ਫਲੋਰੀਡਾ ਦੇ ਉਸਦੇ ਘਰ 'ਚ ਵਾਪਸ ਜਾਣ ਤੋਂ ਰੋਕ ਦਿੱਤਾ। ਉਹਨਾਂ ਨੇ ਇਹ ਗੱਲ ਉਸ ਚਿੱਠੀ ਵਿੱਚ ਲਿਖੀ ਸੀ ਜਿਸ ਨੂੰ ਉਹਨਾਂ ਦੇ ਪਤੀ ਨੇ ਜਨਤਕ ਕੀਤਾ ਸੀ। ਇਹ ਚੀਨੀ ਅਧਿਕਾਰੀਆਂ ਦੁਆਰਾ ਇੱਕ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਵਾਪਸ ਬੁਲਾਉਣ ਦੇ ਲਈ ਐਗਜ਼ਿਟ ਬੈਨ ਲਗਾਉਣ ਦਾ ਤਾਜ਼ਾ ਮਾਮਲਾ ਛਾਪਦਾ ਹੈ। ਅਧਿਕਾਰੀਆਂ ਨੂੰ ਕੀਤੀ ਅਪੀਲ ਦੇ ਵਿੱਚ 51 ਸਾਲਾ ਫੈਂਗ ਜ਼ੀ ਨੇ ਕਿਹਾ ਕਿ ਪੁਲਿਸ ਨੇ ਉਸ ਨੂੰ ਦੱਸਿਆ ਕਿ ਉਹ ਬੇਕਸੂਰ ਹੈ, ਪਰ ਜਦੋਂ ਤੱਕ ਉਸ ਦਾ ਪਤੀ ਚੀਨ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਉਹ ਘਰ ਵਾਪਸ ਨਹੀਂ ਆ ਸਕਦੀ ਸੀ। ਉਸ ਦਾ ਪਤੀ ਸਿਆਸੀ ਕਾਰਨਾਂ ਕਰਕੇ ਕਿਤਾਬਾਂ ਦੀ ਦੁਕਾਨ ਬੰਦ ਕਰਕੇ ਚੀਨ ਛੱਡ ਗਿਆ ਸੀ। ਔਰਤ ਦੇ ਪਤੀ ਮਿਆਓ ਯੂ ਨੇ ਕਿਹਾ ਕਿ ਫੈਂਗ ਸ਼ੀ ਨੂੰ ਪਿਛਲੇ ਸਾਲ ਅਗਸਤ ਵਿੱਚ ਸ਼ੰਘਾਈ 'ਚ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਉਹ ਚੀਨ ਤੋਂ ਬਾਹਰ ਨਹੀਂ ਜਾ ਸਕੀ ਹੈ। ਕੈਨੇਡਾ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਾਰ ਬਰੈਂਪਟਨ ਦੇ ਇੱਕ ਪ੍ਰਸਿੱਧ ਹਿੰਦੂ ਮੰਦਰ ਤੇ ਹਿੰਦੂ ਵਿਰੋਧੀ ਨਾਅਰੇ ਲਿਖ ਦਿੱਤੇ ਗਏ, ਜਿਸ ਨਾਲ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਗੌਰੀ ਸ਼ੰਕਰ ਮੰਦਰ ਵਿੱਚ ਭੰਨਤੋੜ ਦੀ ਘਟਨਾ ਦੀ ਨਿੰਦਾ ਕਰਦਿਆਂ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਗੌਰੀ ਸ਼ੰਕਰ ਮੰਦਰ 'ਚ ਭੰਨਤੋੜ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੰਦਰ ਦੀ ਬੇਅਦਬੀ ਨਾਲ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੰਦਰ ਦੀਆਂ ਕੰਧਾਂ ਤੇ ਭਾਰਤ ਵਿਰੁੱਧ ਨਫ਼ਰਤ ਭਰੀਆਂ ਗੱਲਾਂ ਲਿਖੀਆਂ ਗਈਆਂ ਨੇ। ਭਾਰਤੀ ਕੌਂਸਲੇਟ ਜਨਰਲ ਟੋਰਾਂਟੋ ਵੱਲੋਂ ਭਾਰਤ ਦਾ 74ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਲੋਕਾਂ ਨੇ ਇਸ ਦਿਹਾੜੇ ਮੌਕੇ ਸਮਾਗਮ 'ਚ ਹਿੱਸਾ ਲਿਆ। ਸਮਾਗਮ ਦੇ ਦੌਰਾਨ ਜਿੱਥੇ ਭਾਰਤ ਦੇ ਟੋਰਾਂਟੋ ਤੋਂ ਕਾਉਂਸਲ ਜਨਰਲ ਅਪੂਰਵਾ ਸ਼੍ਰੀਵਾਸਤਵਾ ਨੇ ਆਪਣੇ ਸਟਾਫ ਸਮੇਤ ਸ਼ਮੂਲੀਅਤ ਕਰਕੇ ਇੱਥੇ ਇਕੱਤਰ ਹੋਏ ਲੋਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉੱਥੇ ਇਸ ਮੌਕੇ ਸਮੁੱਚੇ ਸਮਾਗਮ ਦੇ ਦੌਰਾਨ ਦੇਸ਼ ਭਗਤੀ ਦਾ ਗੀਤ ਸੰਗੀਤ ਸੁਣਨ ਨੂੰ ਮਿਲਿਆ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਬੋਲੀਆਂ ਅਤੇ ਪਹਿਰਾਵਾ ਜਿੱਥੇ ਸਭਨਾਂ ਦੀ ਖਿੱਚ ਦਾ ਕੇਂਦਰ ਰਹੇ, ਉੱਥੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦਾ ਨਾਚ ਅਤੇ ਝਾਕੀਆਂ ਵੀ ਵੇਖਣ ਨੂੰ ਮਿਲੀਆਂ। ਇਸ ਮੌਕੇ ਭਾਰਤ ਦੀ ਸੰਸਕ੍ਰਿਤੀ ਨੂੰ ਦਰਸਾਉਂਦੇ ਸਟਾਲਾਂ ਤੇ ਭਾਰਤ ਦੇ ਖਾਣੇ ਅਤੇ ਵਸਤੂਆਂ ਦੀ ਵੀ ਖਰੀਦੋ ਫਰੋਖਤ ਹੁੰਦੀ ਵੇਖੀ ਗਈ। ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਵਸਦੇ ਲੋਕਾਂ ਦੇ ਪਹਿਰਾਵੇ ਅਤੇ ਸੱਭਿਆਚਾਰਾਂ ਦੇ ਰੰਗਾਂ 'ਚ ਰੰਗੇ ਇਸ ਸਮਾਗਮ ਨੂੰ ਵੇਖ ਕੇ ਭਾਰਤ ਦੇ ਕਿਸੇ ਸੂਬੇ ਦਾ ਹੀ ਭੁਲੇਖਾ ਪੈ ਰਿਹਾ ਸੀ। ਦੋਸਤਾਂ ਦੇ ਨਾਲ ਡਲਹੌਜ਼ੀ ਘੁੰਮਣ ਗਏ ਜਲੰਧਰ ਦੇ ਨੌਜਵਾਨ ਦੀ ਬੀਤੀ ਰਾਤ ਹੋਟਲ ਦੇ ਕਮਰੇ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਮਿੰਦਰਪਾਲ ਸਿੰਘ ਉਰਫ ਸੁਮਤ ਪੁੱਤਰ ਕੁਲਵਿੰਦਰ ਸਿੰਘ ਵਾਸੀ ਅਜੀਤ ਨਗਰ ਜਲੰਧਰ ਵਜੋਂ ਦੱਸੀ ਗਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰੀਬ 3-4 ਸਾਲ ਪਹਿਲਾਂ ਹਰਮਿੰਦਰਪਾਲ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੜ੍ਹਾਈ ਕਰਨ ਗਿਆ ਸੀ। ਉਸ ਦੇ ਪਿਤਾ ਫਰਨੀਚਰ ਦਾ ਕਾਰੋਬਾਰ ਕਰਦੇ ਨੇ ਅਤੇ ਉਹਨਾਂ ਦਾ ਇੱਕ ਵੱਡਾ ਭਰਾ ਅਮਰੀਕਾ 'ਚ ਰਹਿੰਦਾ ਹੈ। ਹਰਮਿੰਦਰਪਾਲ ਆਪਣੇ ਤਾਏ ਦੇ ਲੜਕੇ ਦਾ ਵਿਆਹ ਹੋਣ ਕਰਕੇ ਕੁਝ ਦਿਨ ਪਹਿਲਾਂ ਹੀ ਭਾਰਤ ਵਾਪਸ ਜਲੰਧਰ ਆਇਆ ਸੀ। ਉਸ ਦਾ ਇੱਕ ਹੋਰ ਦੋਸਤ ਦੁਬਈ ਤੋਂ ਆਇਆ ਸੀ, ਜਿਸ ਕਰਕੇ ਸਾਰੇ ਦੋਸਤ ਡਲਹੌਜ਼ੀ ਘੁੰਮਣ ਚਲੇ ਗਏ। ਡਲਹੌਜ਼ੀ 'ਚ ਸਾਰਾ ਦਿਨ ਘੁੰਮਣ ਤੋਂ ਬਾਅਦ ਜਦੋਂ ਬੀਤੀ ਰਾਤ ਉਹ ਹੋਟਲ ਦੇ ਕਮਰੇ 'ਚ ਸੌਣ ਲੱਗੇ ਤਾਂ ਕਮਰੇ 'ਚ ਅੰਗੀਠੀ ਬਾਲ ਲਈ। ਜਦੋਂ ਸਵੇਰੇ ਹੋਟਲ ਦੇ ਕਰਮਚਾਰੀਆਂ ਨੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਹੋਟਲ ਦੇ ਪ੍ਰਬੰਧਕਾਂ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ 'ਚ ਦੇਖਿਆ ਤਾਂ ਚਾਰੇ ਨੌਜਵਾਨ ਬੇਹੋਸ਼ੀ ਦੀ ਹਾਲਤ 'ਚ ਪਏ ਸਨ। ਇਲਾਜ ਤੋਂ ਬਾਅਦ ਬਾਕੀ ਨੌਜਵਾਨਾਂ ਨੂੰ ਤਾਂ ਹੋਸ਼ ਆ ਗਈ, ਪਰ ਡਾਕਟਰਾਂ ਨੇ ਕੈਨੇਡਾ ਤੋਂ ਆਏ ਹਰਮਿੰਦਰਪਾਲ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ। ਪੌਣੇ 6 ਮਹੀਨਾ ਪਹਿਲਾਂ ਭੇਦ ਭਰੇ ਢੰਗ ਨਾਲ ਲਾਪਤਾ ਹੋਏ ਪੰਜਾਬੀ ਨੌਜਵਾਨ ਰੋਹਿਤ ਵਰਮਾ ਦੀ ਪੁਲਿਸ ਨੂੰ ਲਾਸ਼ ਮਿਲੀ ਹੈ। ਉਹ 27 ਵਰ੍ਹਿਆਂ ਦਾ ਸੀ। ਰੋਹਿਤ ਵਰਮਾ ਨੂੰ ਆਖਰੀ ਵਾਰ 6 ਸਤੰਬਰ 2022 ਨੂੰ ਸਵੇਰੇ ਪੌਣੇ 11 ਵਜੇ ਦੇਖਿਆ ਗਿਆ ਸੀ ਤੇ ਕੁਝ ਸਮਾਂ ਬਾਅਦ ਉਸ ਦਾ ਵਾਹਨ ਮਿਲ ਗਿਆ ਸੀ, ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਪੁਲਿਸ ਤੇ ਉਸਦੇ ਦੋਸਤ ਰੋਹਿਤ ਦੀ ਸਰਗਰਮੀ ਨਾਲ ਭਾਲ ਕਰ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਰੋਹਿਤ ਦੀ ਮੌਤ ਪਿੱਛੇ ਕੋਈ ਵੀ ਅਪਰਾਧਕ ਗਤੀਵਿਧੀ ਨਹੀਂ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਨੌਜਵਾਨ ਕੈਨੇਡਾ ਦੇ ਵਿੱਚ ਲਾਪਤਾ ਹੋ ਗਿਆ ਸੀ।
ऑनलाइन परचे रैडिकल देसी ने बीबीसी ਦੇ 2 ਐਪੀਸੋਡ ਵਿੱਚ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਇੰਡੀਅਨ ਦਾ ਮੋਦੀ ਕੁਐਸਚਨਸ ਦਿਖਾਏ। ਇਸ ਦਸਤਾਵੇਜ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਢੰਗ ਤਰੀਕੇ ਖਾਸ ਕਰ 2022 ਵਿੱਚ ਹੋਏ ਮੁਸਲਮਾਨਾਂ ਦੇ ਕਤਲੇਆਮ ਬਾਰੇ ਤਿੱਖੀ ਨੁਕਤਾਚੀਨੀ ਕੀਤੀ ਗਈ ਹੈ। ਇਸ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ ਉੱਗੀ ਪੱਤਰਕਾਰ ਗੌਰੀ ਲੰਕੇਸ਼ ਦੇ ਜਨਮ ਦਿਨ ਮੌਕੇ ਕੀਤੀ ਗਈ, ਜਿਸ ਨੂੰ ਕੱਟੜਪੰਥੀਆਂ ਨੇ 2017 ਵਿੱਚ ਕਤਲ ਕਰ ਦਿੱਤਾ ਸੀ। ਗੌਰੀ ਲੰਕੇਸ਼ ਨੇ ਪੱਤਰਕਾਰ ਰਾਣਾ ਆਯੂਬ ਦੀ गुजरात हिंसा बारे लिखी किताब गुजरात फाइल्स कन्नड़ विच अनुवाद कीती सी। इस समागम शुरू होने मौके प्रगतिशील पंजाबी कवि अमृत दवाना ने गौरी लंकेश नूं समर्पित कविता सुनाई। रैडिकल देसी के डायरैक्टर गुरप्रीत सिंह ने कहा कि कैनेडियन सियासतदान खासकर भारतीय मूल के सियासतदान क्यूबैक दे विच 29 जनवरी 2017 नूं होई नफरती हिंसा के खिलाफ तां आवाज़ बुलंद करते हैं, पर नवी दिल्ली सरकार जदों घट गिणतियां दे नाल वितकरा करती है तां ओह सरकार खिलाफ कुछ नहीं बोलती। फिल्म की स्क्रीनिंग तो बाद सवालों जवाबों का दौर भी चलिया। साबका प्रधानमंत्री डॉक्टर मनमोहन सिंह नूं अवार्ड लैण दे लई बरतानिया बुलाया गया। हालांकि वो अवार्ड लैण नहीं पहुंचे, पर नैशनल इंडियन स्टूडेंट्स एंड एलुमनाई यूनियन यूके वालों अवार्ड दिल्ली विच डॉक्टर मनमोहन सिंह नूं सौंपिया जाएगा। दस दिए कि डॉक्टर मनमोहन सिंह 2004-2014 यानी कि 2004 तो लैके 2014 तक देश के प्रधानमंत्री रहे सन। इंडिया यूके अचीवर्स ऑनर्स का आयोजन नैशनल एसोसीएशन ऑफ इंडियन स्टूडेंट्स ਅਤੇ एलुमनाई यूके द्वारा भारत विच ब्रिटिश काउंसिल ਅਤੇ यूके ਦੇ अंतरराष्ट्रीय व्यापार विभाग नाल साझेदारी विच कीता गया, जिथे बरतानिया ਦੀਆਂ यूनीवर्सिटीज़ विच पढ़ रहे भारतीय विद्यार्थियों ਦੀਆਂ प्राप्तियों का जश्न मनाया जाता है। इस दौरान डॉक्टर मनमोहन सिंह ਨੂੰ लाइफ टाइम अचीवमेंट सम्मान देने का ऐलान किया गया। मनमोहन सिंह ਨੂੰ ऑक्सफोर्ड ਅਤੇ कैम्ब्रिज यूनीवर्सिटीज़ ਦੇ ਵਿੱਚ अकादमिक प्राप्तियों के लिए पुरस्कार दिता गया है। डॉक्टर मनमोहन सिंह ने एक लिखती संदेश ਵਿੱਚ ਕਿਹਾ, मैं तुसीं इस भावना तो बहुत प्रभावित हाँ, खास तौर पर उन्होंने नौजवानों वालों जो साडे देश का भविख ने, सगों दोवां देशों के संबंधों का भी ने। 90 साल की उम्र में अर्थशास्त्री मनमोहन सिंह जी ने भारत यूके संबंध असल में साडी विद्यक भाईवाली द्वारा विशेष तौर पर परिभाषित किए गए हैं। साडे राष्ट्र के संस्थापक महात्मा गांधी, जवाहर लाल नेहरू, डॉक्टर BR अंबेडकर, सरदार पटेल और होर बहुत सारे यूके विच पढ़े ते महान नेता बने। ये एक विरासत है जो भारत और दुनिया को प्रेरित करती है। सालों दौरान अणगणत भारतीय विद्यार्थियों को यूके विच पढ़न का मौका मिला। भारत की आज़ादी के 75 सालों मनाउण दे लई पहले इंडियन यूके अचीवर्स ऑनर्स दे विच 75 उच्च प्राप्तियां ते कुछ सब तो उत्तम प्राप्तियां शामिल ने, जो भारत यूके डायस्पोरा लिविंग ब्रिज नूं मजबूत करते हैं। साबका प्रधानमंत्री तो इलावा ब्रिटिश भारतीय PR लॉर्ड करन विलमोरिया नूं 25 जनवरी नूं पुरस्कार समारोह विच लिविंग लीजेंड का सम्मान मिलिया। उत्तर पश्चिमी पाकिस्तान दे विच एक झील च किश्ती पलटण के 3 दिन बाद बचाव कर्मचारियों ने मंगलवार नूं 18 होर लाशां बरामद कीतियां, जिस तो बाद हादसे विच मरण वालियां दी गिणती 48 हो गई है। एक पुलिस अधिकारी ने यह जानकारी दी है। एक पुलिस अधिकारी के अनुसार बचाव कर्मचारी अजे भी मदरसे के 9 विद्यार्थियों दी लाशां की भाल कर रहे हैं, जिन्होंने एतवार नूं खैबर पख्तूनख्वा सूबे के कोहाट जिले में टाडा डैम झील में किश्ती के पलटन तो बाद मृतक मान लिया गया सी। अधिकारियों ने दस्सिया कि गोताखोरां ने सोमवार नूं झील चों 4 विद्यार्थियों को बचाया सी। अधिकारियों के मुताबिक यह स्पष्ट नहीं हो सकिया कि विद्यार्थियों और स्टाफ को लैके जा रही किश्ती में किन्ने लोग सवार सन। उत्थे ही हादसे तो बाद खैबर पख्तूनख्वा सूबे के कार्यकारी मुख्यमंत्री आजम खान ने स्थानक प्रशासन को प्रभावित परिवारों को एमरजेंसी राहत देने के निर्देश दिते हैं। पाकिस्तान के पेशावर की एक मस्जिद में बीते दिन हुए आत्मघाती धमाके च जान गवाउण वालियां की गिणती बढ़ के 100 हो गई है। बचाव टीम ने मलबे हेठों लाशां बरामद कीतियां हन। इस हमले की जिम्मेवारी तहरीके पाकिस्तान ने ली है। संयुक्त राष्ट्र ने भी इस हमले की निंदा की है। इस दौरान बचाव कर्मियों ने आत्मघाती हमला करने वाले मशकूक का सिर मौके तो बरामद कर लिया है। सुरक्षा अधिकारियों के अनुसार हमलावर दोपहर की नमाज समय पहली कतार विच सी जदों उसने खुद नूं धमाके नाल उड़ा लिया। इस धमाके विच मस्जिद के इमाम मौलाना साहिबजादा नूर उल अमीन की भी मौत हो गई। पुलिस ने दस्सिया कि इस धमाके च मरण वालियां की गिणती 100 हो गई है, जबकि 221 व्यक्ति जख्मी हुए ने। रेडियो पाकिस्तान वालों जारी की गई खबर के अनुसार
ਘਟਨਾ ਸਥਾਨ ਤੇ ਮਲਬਾ ਹਟਾਉਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਪੇਸ਼ਾਵਰ ਪੁਲਿਸ ਕੰਟਰੋਲ ਰੂਮ ਅਨੁਸਾਰ 200 ਤੋਂ ਵੱਧ ਜ਼ਖਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ ਤਕਰੀਬਨ ਇਲਾਜ ਹਲੇ ਕਈ ਜਾਣਿਆਂ ਦਾ ਚੱਲ ਰਿਹਾ ਹੈ। ਪੰਜਾਬ 'ਚੋਂ ਸਟੱਡੀ ਵੀਜ਼ਾ ਤੇ ਵਿਦੇਸ਼ ਜਾਣ ਦਾ ਰੁਝਾਨ ਹੁਣ ਕਾਲਜ ਖਾਲੀ ਕਰਨ ਲੱਗਾ ਹੈ। 12ਵੀਂ ਦੀ ਪੜ੍ਹਾਈ ਮਗਰੋਂ ਵਿਦਿਆਰਥੀ ਵਿਦੇਸ਼ਾਂ ਦਾ ਰੁਖ ਕਰਨ ਲੱਗੇ ਨੇ, ਜਿਸ ਕਾਰਨ ਕਾਲਜਾਂ ਤੇ ਯੂਨੀਵਰਸਿਟੀਜ਼ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਲੱਗੀ ਹੈ। ਆਲ ਇੰਡੀਆ ਸਰਵੇ ਔਨ ਹਾਇਰ ਐਜੂਕੇਸ਼ਨ ਦੀ ਹਾਲ ਵਿੱਚ 29 ਜਨਵਰੀ ਨੂੰ ਜਾਰੀ ਰਿਪੋਰਟ ਵਿੱਚ ਇਹ ਤੱਥ ਉੱਭਰੇ ਨੇ। ਸਰਵੇ ਦੇ ਮੁਤਾਬਕ ਇਕੱਲੀ PhD ਦੀ ਡਿਗਰੀ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਰੁਚੀ ਵਧੀ ਹੈ। ਵਿਦੇਸ਼ੀ ਵਿਦਿਆਰਥੀ ਪੜ੍ਹਾਈ ਲਈ ਪੰਜਾਬ ਨੂੰ ਵੀ ਤਰਜੀਹ ਦੇਣ ਲੱਗੇ ਨੇ। ਸਰਵੇ ਰਿਪੋਰਟ ਦੇ ਅਨੁਸਾਰ ਦੇਸ਼ ਭਰ ਵਿੱਚ 48,035 ਵਿਦਿਆਰਥੀ ਵਿਦੇਸ਼ ਤੋਂ ਇੱਥੇ ਪੜ੍ਹਨ ਆਏ ਨੇ ਅਤੇ ਮੁਲਕ 'ਚੋਂ ਦੂਸਰਾ ਨੰਬਰ ਪੰਜਾਬ ਦਾ ਹੈ, ਜਿੱਥੇ ਵਿਦੇਸ਼ਾਂ 'ਚੋਂ 6,557 ਵਿਦਿਆਰਥੀ ਪੜ੍ਹਨ ਲਈ ਆਏ। ਕਰਨਾਟਕ ਪਹਿਲੇ ਨੰਬਰ ਤੇ ਹੈ, ਜਿੱਥੇ 8,137 ਵਿਦਿਆਰਥੀ ਵਿਦੇਸ਼ੀ ਨੇ ਜੋ ਭਾਰਤ ਪੜ੍ਹਨ ਆਏ। ਹਰਿਆਣਾ ਵਿੱਚ ਕੇਵਲ 1,837 ਵਿਦੇਸ਼ੀ ਵਿਦਿਆਰਥੀ ਪੜ੍ਹਨ ਵਾਸਤੇ ਆਏ, ਲੇਕਿਨ ਪੰਜਾਬ ਤੋਂ ਬਹੁਤ ਸਾਰੇ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਪੜ੍ਹਨ ਲੱਗੇ ਨੇ, ਜਿਸ ਦਾ ਕਾਰਨ ਸਭ ਤੋਂ ਵੱਡਾ ਹੈ ਸਟੱਡੀ ਵੀਜ਼ਾ। ਜਿੱਥੇ ਵਿਦੇਸ਼ਾਂ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਐਡਮਿਸ਼ਨ ਲੈ ਰਹੇ ਨੇ, ਉੱਥੇ ਬਹੁਤ ਸਾਰੇ ਪੰਜਾਬੀਆਂ ਦੇ ਕਾਰਨ ਨੇ ਇਸ ਟਾਈਮ ਵਿਦੇਸ਼ ਵਿੱਚ ਸਟੱਡੀ ਵੀਜ਼ਾ ਦੇ ਜਾਣ ਦੇ ਕਾਰਨ ਪੰਜਾਬ ਦੇ ਕਾਲਜ ਖਾਲੀ ਹੋਣ ਲੱਗੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬरुण कौर मान ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।